तो हाय ਵੈਲਕਮ ਬੈਕ एवरीवन ਕਿਵੇਂ ਤੁਸੀਂ ਸਾਰੇ। ਸੋ ਇਕਨੋਮਿਕਸ ਦਾ ਆਪਾਂ ਸੋਲੂਸ਼ਨ ਕਰ ਰਹੇ ਸੀ। ਠੀਕ ਹੈ, ਹੁਣ ਆਪਾਂ ਕੁਐਸਚਨ ਆਨਸਰ ਨੂੰ ਸੋਲਵ ਕਰ ਰਹੇ ਹਾਂ। ਠੀਕ ਹੈ, ਪਿਛਲੇ ਵੀਡੀਓ ਜੇ ਨਹੀਂ ਦੇਖਿਆ ਤਾਂ ਜ਼ਰੂਰ ਦੇਖ ਲਓ। ਉਸ ਵੀਡੀਓ ਵਿੱਚ ਆਪਾਂ ਸਾਰੇ ਸ਼ਾਰਟ ਕੁਐਸਚਨਸ, ਠੀਕ ਹੈ, ਇੱਕ ਨੰਬਰ ਵਾਲੇ ਜਿਹੜੇ ਆ ਐਂਡ ਤੁਹਾਡੇ ਜਿਹੜੇ ਲੌਂਗ 6 ਨੰਬਰ ਵਾਲੇ ਕੁਐਸਚਨਸ ਹੈ ਇਹਨੂੰ ਸੋਲਵ ਕਰ ਲਏ ਸੀ। ਠੀਕ ਹੈ, ਦੋਨੋਂ ਕੁਐਸਚਨ ਸੋਲਵ ਕੀਤੇ ਹੋਏ ਆ, ਜ਼ਰੂਰ ਉਸ ਵੀਡੀਓ ਨੂੰ ਦੇਖ ਲਓ। ਹੁਣ ਆਪਾਂ ਕਰ ਰਹੇ ਹਾਂ 4 ਮਾਰਕਸ ਵਾਲੇ ਕੁਐਸਚਨ। ਦੇਖੋ 4 ਮਾਰਕਸ ਵਾਲੇ ਕੁਐਸਚਨ ਵਿੱਚ ਫਰਸਟ ਜਿਹੜਾ ਕੁਐਸਚਨ ਹੈ, ਜਸਟ ਵੇਟ, 4 ਨੰਬਰ ਦਾ ਕੁਐਸਚਨਸ ਇਹਦੇ ਦੇਖੋ 4 ਅੰਕ ਦੇ ਕੁਐਸਚਨ ਹੈ, 4 ਤੁਸੀਂ ਕਰਨੇ। ਠੀਕ ਹੈ, ਸਾਰੇ ਵਿੱਚ ਤੁਹਾਨੂੰ ਦਿੱਤੇ ਹੋਏ ਆ, ਆਪਸ਼ਨਸ ਦਿੱਤੇ ਹੋਏ ਆ ਜਾਂ ਪਾ ਕੇ। ਸੋ ਫਰਸਟ ਕੁਐਸਚਨ ਹੈ, ਨੀਤੀ ਆਯੋਗ ਬਾਰੇ ਤੁਸੀਂ ਕੀ ਜਾਣਦੇ ਹੋ। ਇਹਦੇ ਨਾਲ ਹੀ ਜਾਂ ਲਿਖਿਆ ਹੋਇਆ ਕਿ 5 ਸਾਲਾ ਯੋਜਨਾ ਦੇ ਕੋਈ 4 ਉਦੇਸ਼ ਲਿਖਣੇ ਹੈ। ਠੀਕ ਹੈ, ਦੋਨੋਂ ਬਹੁਤ ਈਜ਼ੀ ਹੈ, ਦੋਨਾਂ ਵਿੱਚ ਜਿਹੜਾ ਮਰਜ਼ੀ ਇੱਕ ਤੁਸੀਂ ਚੂਜ਼ ਕਰਕੇ ਲਿਖ ਸਕਦੇ ਆ। ਸੋ ਇਹਦਾ ਆਨਸਰ ਦੇਖਦੇ ਹਾਂ। ਸੋ ਦੇਖੋ ਨੀਤੀ ਆਯੋਗ ਕੀ ਹੈ। ਨੀਤੀ ਆਯੋਗ ਦਾ ਗਠਨ ਕੇਂਦਰ ਦੀ ਡੀ ਦਾ ਸਰਕਾਰ ਨੇ 2014 ਵਿੱਚ ਗਠਨ ਕੀਤਾ ਸੀ। ਠੀਕ ਹੈ, ਐਕਚੁਅਲ ਵਿੱਚ ਤੁਹਾਨੂੰ ਪਤਾ ਯੋਜਨਾ ਆਯੋਗ ਜਿਹੜੀ ਹੈ, ਯੋਜਨਾ ਆਯੋਗ 1950 ਵਿੱਚ ਤੁਸੀਂ ਪੜ੍ਹਿਆ ਹੋਣਾ ਬੁੱਕ 'ਤੇ, 1950 ਵਿੱਚ ਯੋਜਨਾ ਆਯੋਗ ਆਈ ਸੀ। ਉਹਨੂੰ ਹੀ ਚੇਂਜ ਕਰਕੇ ਨਾ 2015 ਵਿੱਚ, ਠੀਕ ਹੈ, 1 ਜਨਵਰੀ 2015 ਵਿੱਚ ਨੀਤੀ ਆਯੋਗ ਦਾ ਨਾਮ ਰੱਖ ਦਿੱਤਾ ਗਿਆ। ਠੀਕ ਹੈ, ਸੋ ਯਾਦ ਰੱਖਿਓ ਨੀਤੀ ਆਯੋਗ ਦਾ ਜਿਹੜਾ ਉਹ ਹੁੰਦਾ ਆ, ਮਤਲਬ ਚੇਅਰਮੈਨ ਹੁੰਦਾ ਹਮੇਸ਼ਾ ਉਸ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਜੋ ਕਰੰਟ ਉਸ ਟਾਈਮ ਚੱਲ ਰਿਹਾ ਹੁੰਦਾ ਹੈ। ਠੀਕ ਹੈ, ਇਸੇ ਤਰ੍ਹਾਂ ਨੀਤੀ ਸੋ ਜਿਵੇਂ ਕਿ ਦੇਖੋ ਇਸ ਸਮੇਂ ਨੀਤੀ ਆਯੋਗ ਦਾ ਮੁਖੀ ਚੇਅਰਮੈਨ ਕੌਣ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਅਤੇ ਇਸ ਤਰ੍ਹਾਂ ਨੀਤੀ ਆਯੋਗ ਦਾ ਉਪ ਚੇਅਰਮੈਨ ਕੌਣ ਹੈ, ਉਪ ਚੇਅਰਮੈਨ ਰਾਜੀਵ ਕੁਮਾਰ ਹੈ। ਠੀਕ ਹੈ, ਸੋ ਇਸ ਵਿੱਚ ਹੁੰਦਾ ਕੀ ਆ, ਦੇਸ਼ ਵਿੱਚ ਆਰਥਿਕ ਵਿਕਾਸ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਆਯੋਗ ਦੀ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਕਿਹਦੀ ਜ਼ਿੰਮੇਵਾਰੀ ਹੁੰਦੀ ਹੈ, ਨੀਤੀ ਆਯੋਗ ਦੀ। ਸੋ ਨੀਤੀ ਆਯੋਗ ਦੇ ਮੇਨ ਗੱਲ ਇਹੀ ਸੀ ਕਿ ਇਹਦਾ ਸੰਗਠਨ ਕਦੋਂ ਹੋਇਆ, ਮਤਲਬ ਗਠਨ ਕੀਤਾ ਗਿਆ ਡੀ ਦੀ ਸਰਕਾਰ ਨੇ 2014 ਵਿੱਚ ਕੀਤੀ। ਠੀਕ ਹੈ, ਇਹ ਜਿਹੜੀ ਸਾਡੀ ਸੀਗੀ ਯੋਜਨਾ ਆਯੋਗ 1950 ਵਿੱਚ ਜਿਹਦੀ ਸਥਾਪਨਾ ਹੋਈ ਸੀ, ਉਹਦਾ ਹੀ ਨੇਮ ਚੇਂਜ ਕਰਕੇ ਨੀਤੀ ਆਯੋਗ ਰੱਖ ਦਿੱਤਾ ਗਿਆ। ਕਦੋਂ? 1 ਜਨਵਰੀ ਨੂੰ ਸਥਾਪਨਾ ਕੀਤੀ ਗਈ 2015 ਵਿੱਚ। ਠੀਕ ਹੈ, ਇਸ ਦਾ ਚੇਅਰਮੈਨ ਹੁੰਦਾ ਆ ਉਸ ਟਾਈਮ ਦਾ ਕਰੰਟ ਪ੍ਰਧਾਨ ਮੰਤਰੀ, ਜਿਵੇਂ ਕਿ ਇਸ ਟਾਈਮ ਨਰਿੰਦਰ ਮੋਦੀ ਹੈ ਅਤੇ ਨਰਿੰਦਰ ਮੋਦੀ। ਐਂਡ ਇਸ ਦਾ ਉਪ ਚੇਅਰਮੈਨ ਕੌਣ ਹੈਗਾ ਆ, ਰਾਜੀਵ ਕੁਮਾਰ ਹੈ। ਠੀਕ ਹੈ, ਇਹਦਾ ਜਿਹੜਾ ਮੇਨ ਉਦੇਸ਼ ਸਾਡਾ ਕੀ ਹੈ, ਵਿਕਾਸ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨਾ। ਠੀਕ ਹੈ, ਸੋ ਈਜ਼ੀ ਹੈ। ਇਹਦਾ ਹੀ ਦੇਖੋ ਜਾਂ ਪਾਰਟ ਜਾਂ ਇਹ ਕਰ ਲਓ ਜਾਂ ਉਹ ਕਰ ਲਓ। ਦੇਖੋ 5 ਸਾਲਾਂ ਯੋਜਨਾ ਦੇ ਕੋਈ ਤੁਸੀਂ ਨਾ ਉਹ ਲਿਖਣਾ ਹੈ, ਉਦੇਸ਼ ਕੀ ਹੈ। ਸੋ ਉਦੇਸ਼ ਬਹੁਤ ਸਿੰਪਲ ਹੁੰਦੇ ਆ। ਠੀਕ ਹੈ, ਸਭ ਆ ਦੇਖੋ ਉਦੇਸ਼ ਸਿੰਪਲ, ਰਾਸ਼ਟਰੀ ਆਮਦਨ ਵਿੱਚ ਵਾਧਾ ਕਰਨਾ। ਠੀਕ ਹੈ, ਜੀਵਨ ਪੱਧਰ ਵਿੱਚ ਵਾਧਾ ਕਰਨਾ, ਆਰਥਿਕ ਅਸਮਾਨਤਾ ਨੂੰ ਘੱਟ ਕਰਨਾ, ਲੋਕਾਂ ਨੂੰ ਰੁਜ਼ਗਾਰ ਦੇਣਾ, ਖੇਤਰੀ ਵਿਕਾਸ ਕਰਨਾ। ਠੀਕ ਹੈ, ਇਹੀ ਸਾਰਾ ਕੁਝ ਪੁਆਇੰਟਸ ਹੈ। ਸੋ ਤੁਸੀਂ ਪੁਆਇੰਟਸ ਆਪਣੇ ਵੱਲੋਂ ਵੀ ਬਣਾ ਕੇ ਲਿਖ ਸਕਦੇ ਹੋ। ਆਰਥਿਕ ਵਾਧਾ ਦੇਖੋ ਉਹੀ ਆ ਗਏ ਨਾ, ਸਮਾਜਿਕ ਨਿਆਂ, ਰੁਜ਼ਗਾਰ ਵਿੱਚ ਵਾਧਾ, ਆਰਥਿਕ, ਇਹ ਪੁਆਇੰਟ ਤੁਸੀਂ ਆਪ ਵੀ ਲਿਖ ਸਕਦੇ ਹੋ। ਸੋ ਈਜ਼ੀ ਸੀਗਾ। ਸੋ ਇਹ ਵਾਲਾ ਤੁਸੀਂ 5ਵੇਂ ਦੇ ਉਦੇਸ਼ ਕਰ ਲਿਓ। ਉਸ ਤੋਂ ਬਾਅਦ ਬੱਚੇ ਸੈਕਿੰਡ ਕੁਐਸਚਨ ਦੇਖੋ, ਭਾਰਤ ਵਿੱਚ ਉਦਯੋਗੀਕਰਨ ਦਾ ਕੀ ਮਹੱਤਵ ਹੈ, ਜਾਂ ਇਹਦਾ ਔਰ ਪਾਰਟ ਹੈ, ਭਾਰਤ ਵਿੱਚ ਗਰੀਬੀ ਦੇ ਕੋਈ 4 ਕਾਰਨ ਲਿਖੋ। ਠੀਕ ਹੈ, ਸੋ ਆਪਾਂ ਇਹ ਲਿਖਦੇ ਹਾਂ ਭਾਰਤ ਵਿੱਚ ਗਰੀਬੀ ਦੇ ਕੋਈ 4 ਕਾਰਨ। ਆਪਾਂ ਲੌਂਗ ਵਿੱਚ ਵੀ ਅਟੈਂਪਟ ਕੀਤਾ ਸੀਗਾ, ਇਹ ਵੀ ਦੇਖੋ ਬਹੁਤ ਈਜ਼ੀ ਪੁਆਇੰਟਸ ਹੈ। ਬਸ ਤੁਸੀਂ ਪੁਆਇੰਟਸ ਬਣਾ ਕੇ ਲਿਖਣੇ, ਉਹਨੂੰ ਐਕਸਪਲੇਨ ਕਰ ਦੇਣਾ। ਠੀਕ ਹੈ, ਸਭ ਤੋਂ ਪਹਿਲਾਂ ਗਰੀਬੀ ਦਾ ਕਾਰਨ ਹੈ ਵੱਧਦੀ ਹੋਈ ਜਨਸੰਖਿਆ, ਸੈਕਿੰਡ ਨੰਬਰ 'ਤੇ ਅਨਪੜ੍ਹਤਾ, ਥਰਡ ਨੰਬਰ 'ਤੇ ਬੇਰੁਜ਼ਗਾਰੀ, ਫੋਰਥ ਨੰਬਰ 'ਤੇ ਰਾਜਨੀਤਿਕ ਨੀਤੀ। ਠੀਕ ਹੈ, ਮਤਲਬ ਰਾਜਨੀਤਿਕ ਨੀਤੀ ਕਹਿ ਲਓ ਜਾਂ ਸਰਕਾਰ ਦੀ ਨੀਤੀ ਕਹਿ ਸਕਦੇ ਹਾਂ, ਸਰਕਾਰੀ ਪੋਲਿਸੀਜ਼ ਵਗੈਰਾ। ਇਹ ਮਤਲਬ ਕਿ ਗਰੀਬਾਂ ਦੇ ਹੱਕ ਵਿੱਚ ਤਾਂ ਹੁੰਦਾ ਨਹੀਂ। ਠੀਕ ਹੈ, ਦੈਨ 5ਵਾਂ ਪੁਆਇੰਟ ਤੁਸੀਂ ਐਡ ਕਰ ਸਕਦੇ ਹਾਂ, ਹੌਲੀ ਵਿਕਾਸ ਦਰ। ਠੀਕ ਹੈ, ਇਕਨੋਮਿਕਲ ਵਿਕਾਸ ਦਰ, ਸਾਡੀ ਜਿਹੜੀ ਆਰਥਿਕ ਵਿਕਾਸ ਦਰ ਹੈ ਬਹੁਤ ਹੀ ਸਲੋ ਮੋਸ਼ਨ ਵਿੱਚ ਹੋ ਰਹੀ ਹੈ। ਠੀਕ ਹੈ, ਸੋ ਇਹ ਸਾਰੇ ਪੁਆਇੰਟਸ ਬਹੁਤ ਈਜ਼ੀ ਹੈ। ਪੁਆਇੰਟਸ ਬਣਾਓ ਅਤੇ ਉਹਦੇ ਅੱਗੇ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਣਾ ਕਿਸ ਤਰ੍ਹਾਂ ਹੋ ਰਿਹਾ ਹੈ। ਸਾਡੀ GDP ਬਹੁਤ ਸਲੋ ਮੋਸ਼ਨ ਵਿੱਚ ਵੱਧ ਰਹੀ ਹੈ। ਥਰਡ ਕੁਐਸਚਨ ਦੇਖੋ, ਪੇਂਡੂ ਸਾਖ ਵਿੱਤ ਦੇ ਕੋਈ 4 ਸਰੋਤ ਲਿਖੋ। ਇਹ ਲਿਖ ਸਕਦੇ ਜਾਂ ਦੇਖੋ ਬਹੁਤ ਈਜ਼ੀ ਕੁਐਸਚਨ ਹੈਗਾ ਕਿ ਵਾਤਾਵਰਣ ਪ੍ਰਦੂਸ਼ਣ ਦੇ ਕਾਰਨ ਲਿਖੋ। ਬਹੁਤ ਈਜ਼ੀ ਪੁਆਇੰਟ ਹੈ। ਫਸਟ ਤੁਸੀਂ ਲਿਖ ਦੇਣਾ, ਫਸਟ ਨੰਬਰ 'ਤੇ ਇਹੀ ਹੈ ਕਿ ਕੁਦਰਤੀ ਸਾਧਨਾਂ ਦੀ ਬਹੁਤ ਹੀ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ। ਠੀਕ ਹੈ, ਪਾਣੀ ਨੂੰ ਵਿਅਰਥ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਪੇੜਾਂ ਦੀ ਕਟਾਈ ਹੋ ਰਹੀ ਹੈ। ਉਸ ਤੋਂ ਬਾਅਦ ਕੀ ਹੋ ਰਿਹਾ ਹੈ, ਸਾਡੇ ਜਿਹੜੇ ਆਵਾਜਾਈ ਦੇ ਧੂੰਆਂ ਵਗੈਰਾ ਇਹਦੇ ਨਾਲ ਪ੍ਰਦੂਸ਼ਣ ਫੈਲਾ ਰਹੇ, ਸ਼ੋਰ ਪ੍ਰਦੂਸ਼ਣ ਹੋ ਰਹੇ ਗੱਡੀਆਂ ਦੇ, DJ ਵਗੈਰਾ ਦੇ, ਬਹੁਤ ਸਾਰੇ ਕਾਰਕ ਹੈ। ਠੀਕ ਹੈ, ਕਾਰਨ ਹੈ ਜਿਹਦੇ ਕਰਕੇ ਪ੍ਰਦੂਸ਼ਣ ਹੋ ਰਿਹਾ ਹੈ। ਠੀਕ ਹੈ, ਸੋ ਕਿਸੇ ਵੀ ਜਿਹੜੀ ਕੁਦਰਤੀ ਚੀਜ਼ਾਂ ਹੈ ਜਿਹਨੂੰ ਆਪਾਂ ਵਿਅਰਥ ਕਰ ਰਹੇ, ਕੀਟਨਾਸ਼ਕ ਦਵਾਈਆਂ ਵਗੈਰਾ, ਜੋ ਵੀ ਕੈਮੀਕਲਸ ਜਿਹੜੇ ਫੈਕਟਰੀਆਂ ਤੋਂ ਨਿਕਲ ਰਹੇ ਆ, ਪਲਾਸਟਿਕ ਵਗੈਰਾ, ਇਹ ਸਾਰੇ ਇਹਦੇ ਕਾਰਨ ਹੀ ਹੈ, ਪ੍ਰਦੂਸ਼ਣ ਦੇ ਕਾਰਨ ਹੈ। ਠੀਕ ਹੈ, ਸੋ ਇਹ ਕਲੀਅਰ ਹੈ। ਤੁਸੀਂ ਆਪਣੇ ਵੱਲੋਂ ਬਣਾ ਕੇ ਈਜ਼ੀ ਲਿਖ ਸਕਦੇ ਹੋ, ਬਹੁਤ ਸੌਖਾ ਹੈ, ਟੈਨਸ਼ਨ ਨਾ ਲਓ। ਉਸ ਤੋਂ ਬਾਅਦ ਬੱਚੇ ਦੇਖੋ, ਇਸਦਾ ਫੋਰਥ ਹੈਗਾ ਆ ਕਿ ਫਸਲਾਂ ਦੀ ਅਦਲਾ ਬਦਲੀ ਅਤੇ ਸਹਾਇਕ ਖੇਤੀ ਬਾਰੇ ਨੋਟ ਲਿਖੋ, ਜਾਂ ਇਹਦੀ ਜਗ੍ਹਾ 'ਤੇ ਲਿਖ ਸਕਦੇ ਜੈਵਿਕ ਵਿਭਿੰਨਤਾ ਤੋਂ ਕੀ ਭਾਵ ਹੈ, ਇਸ ਦੇ ਕੀ ਲਾਭ ਹਨ।
ਦੇਖੋ ਜੈਵਿਕ ਵਿਭਿੰਨਤਾ ਦਾ ਕੀ ਭਾਵ ਹੁੰਦਾ ਹੈ, ਕਹਿੰਦੇ ਜੈਵਿਕ ਵਿਭਿੰਨਤਾ ਦਾ ਅਰਥ ਹੈ ਧਰਤੀ ਉੱਤੇ ਵੱਖ-ਵੱਖ ਕਿਸਮਾਂ ਦੀਆਂ ਪ੍ਰਜਾਤੀਆਂ ਦਾ ਹੋਂਦ, ਠੀਕ ਹੈ। ਜਿਵੇਂ ਕਿ ਜਾਨਵਰ ਹੈ, ਪੰਛੀ ਹੈ, ਕੀੜੇ ਮਕੌੜੇ ਆ, ਮਨੁੱਖ ਹੈ, ਜੀਵ ਆਦਿ ਪਾਈਆਂ ਜਾਂਦੀਆਂ ਹਨ। ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ, ਇਹਨੂੰ ਹੀ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਕਿ ਮਤਲਬ ਕਿੱਦਾਂ ਦੇ ਵੀ ਵਿਭਿੰਨ ਠੀਕ ਹੈ ਜੀਵ ਪਾਏ ਜਾਂਦੇ ਆ ਧਰਤੀ 'ਤੇ, ਇਹਨੂੰ ਕੀ ਕਿਹਾ ਜਾਂਦਾ ਜੈਵਿਕ ਵਿਭਿੰਨਤਾ, ਠੀਕ ਹੈ। ਧਰਤੀ ਉੱਤੇ ਹਰ ਕਿਸਮ ਦੇ ਜੀਵ ਵਿੱਚ ਅੱਗੇ ਹੋਰ ਵੀ ਕਈ ਕਿਸਮ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਠੀਕ ਹੈ, ਜੋ ਕਿ ਆਪਸ ਵਿੱਚ ਕੁਦਰਤੀ ਤੌਰ 'ਤੇ ਇੱਕ ਦੂਸਰੇ 'ਤੇ ਨਿਰਭਰ ਕਰਦੇ ਹਨ, ਠੀਕ ਹੈ। ਇਸ ਨੂੰ ਹੀ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਹੈ। ਸੋ ਇਹਦੇ ਜੇ ਲਾਭ ਲਿਖਣਾ ਹੋਵੇ ਤੁਹਾਨੂੰ ਪਤਾ ਲੱਗ ਗਿਆ ਕਿ ਕਿਉਂਕਿ ਇਹ ਆਪਸ ਵਿੱਚ ਨਿਰਭਰ ਕਰਦੇ ਆ, ਕਿਸ ਲਈ? ਭੋਜਨ ਲਈ, ਠੀਕ ਹੈ, ਆਵਾਸ ਲਈ, ਰਹਿਣ ਸਹਿਣ ਲਈ, ਠੀਕ ਹੈ। ਸਾਰਾ ਕੁਝ ਇਹਨਾਂ ਨੂੰ ਇੱਕ ਦੂਸਰੇ ਤੋਂ ਹੀ ਮਿਲਦੀ ਹੈ। ਉਸ ਤੋਂ ਬਾਅਦ ਦੇਖੋ ਸਾਡੇ ਸੈਕਿੰਡ ਜਿਹੜੇ ਪ੍ਰਸ਼ਨ ਆ 10 ਪ੍ਰਸ਼ਨ ਹੈ, ਠੀਕ ਹੈ। ਸੋ 2-2 ਨੰਬਰ ਦੇ ਆ, 20 ਨੰਬਰ ਤੁਹਾਡੇ ਇੱਥੋਂ ਹੀ ਆ। ਸੋ ਬਹੁਤ ਹੀ ਈਜ਼ੀ ਕੁਐਸਚਨਸ ਹੈ, ਆਰਾਮ ਨਾਲ ਤੁਸੀਂ ਕਰ ਲਓਗੇ। ਜਿਵੇਂ ਕਿ ਦੇਖੋ ਪਹਿਲਾ ਪ੍ਰਸ਼ਨ ਹੈਗਾ ਕਿ ਸੁਤੰਤਰਤਾ ਸਮੇਂ ਜ਼ਿਮੀਂਦਾਰੀ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ? ਜਿਹੜੇ ਜ਼ਿਮੀਂਦਾਰ ਹੁੰਦੇ ਸੀਗੇ, ਤੁਹਾਨੂੰ ਪਤਾ ਸੁਤੰਤਰਤਾ ਤੋਂ ਪਹਿਲਾਂ ਇੱਦਾਂ ਹੁੰਦਾ ਸੀ ਕਿ ਸਾਰੀ ਜ਼ਮੀਨ ਦੀ ਮਲਕੀਅਤ ਕਿਹਦੇ ਕੋਲ ਹੁੰਦੀ ਸੀ? ਜ਼ਿਮੀਂਦਾਰਾਂ ਕੋਲ ਹੁੰਦੀ ਸੀ, ਠੀਕ ਹੈ। ਉਹੀ ਆਮ ਗਰੀਬਾਂ ਨੂੰ ਜ਼ਮੀਨ ਦਿੰਦੇ ਸੀਗੇ ਖੇਤੀ ਕਰਨ ਲਈ, ਉਸ ਦੇ ਬਦਲੇ ਅਨਾਜ ਦਾ ਹਿੱਸਾ ਜਾਂ ਕਰ ਵਸੂਲ ਕਰਦੇ ਹੁੰਦੇ ਸੀਗੇ। ਇਸ ਦੇ ਨਾਲ ਨਾਲ ਉਹ ਉਹਨਾਂ ਨੂੰ ਪੈਸੇ ਵੀ ਦਿੰਦੇ ਸੀਗੇ ਖੇਤੀ ਕਰਨ ਲਈ, ਠੀਕ ਹੈ। ਇਸ ਦਾ ਮਤਲਬ ਕਿ ਸਾਰੀ ਮਲਕੀਅਤ ਉਹਨਾਂ ਦੇ ਕੋਲ ਹੁੰਦੀ ਸੀਗੀ। ਸੋ 2 ਨੰਬਰ 'ਚ ਤੁਸੀਂ ਲਿਖ ਸਕਦੇ ਆਰਾਮ ਨਾਲ, ਠੀਕ ਹੈ, ਬਣਾ ਕੇ। ਤੁਹਾਨੂੰ ਪਤਾ ਹੀ ਹੋਣਾ, ਮੂਵੀਜ਼ ਵਗੈਰਾ ਦੇਖਿਆ ਹੋਣਾ, ਬਾਕੀ ਤੁਸੀਂ ਪੜ੍ਹ ਲਿਓ ਇੱਕ ਵਾਰੀ। ਉਸ ਤੋਂ ਬਾਅਦ ਬੱਚੇ ਦੇਖੋ ਸੈਕਿੰਡ ਪ੍ਰਸ਼ਨ ਸਾਡਾ ਜਿਹੜਾ ਹੈਗਾ ਆ, ਸੈਕਿੰਡ ਪ੍ਰਸ਼ਨ ਹੈਗਾ ਕਿ ਯੋਜਨਾ ਆਯੋਗ ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ? ਯੋਜਨਾ ਆਯੋਗ ਦੀ ਸਥਾਪਨਾ 1950 ਵਿੱਚ ਕੀਤੀ ਗਈ ਸੀ, ਠੀਕ ਹੈ। ਇਸ ਦਾ ਮੇਨ ਮਕਸਦ ਸੀਗਾ ਕਿ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ, ਠੀਕ ਹੈ। 1950 ਵਿੱਚ ਸਟਾਰਟ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਥਰਡ ਹੈਗਾ ਛੁਪੀ ਹੋਈ ਬੇਰੁਜ਼ਗਾਰੀ ਤੋਂ ਕੀ ਭਾਵ ਹੈ? ਛੁਪੀ ਹੋਈ ਬੇਰੁਜ਼ਗਾਰੀ ਜ਼ਿਆਦਾਤਰ ਖੇਤੀ ਧੰਦਿਆਂ ਵਿੱਚ ਦੇਖੀ ਜਾਂਦੀ ਹੈ। ਛੁਪੀ ਹੋਈ ਬੇਰੁਜ਼ਗਾਰੀ ਦਾ ਮਤਲਬ ਹੁੰਦਾ ਕਿ ਇੱਕ ਕੰਮ ਵਿੱਚ ਲੋੜ ਤੋਂ ਵੱਧ ਬੰਦੇ ਲੱਗੇ ਹੋਣੇ, ਠੀਕ ਹੈ। ਜਿੱਦਾਂ ਕਿ ਤੁਸੀਂ ਦੇਖਿਆ ਖੇਤੀ ਵਾਲੇ ਕੰਮਾਂ 'ਚ ਕੀ ਹੁੰਦਾ ਆ ਕਿ ਖੇਤੀ 'ਚ 1-2 ਬੰਦੇ ਵੀ ਕਰ ਸਕਦੇ ਆ, ਪਰ ਕੀ ਹੁੰਦਾ ਪੂਰੀ ਫੈਮਿਲੀ ਲੱਗੀ ਹੁੰਦੀ ਖੇਤੀ ਕਰਨ ਨੂੰ, ਠੀਕ ਹੈ। ਜੇ ਉਹ ਬੰਦਾ ਕਿਤੇ ਹੋਰ ਜਾ ਕੇ ਕੰਮ ਕਰਦਾ ਅਤੇ ਉੱਥੋਂ ਸੈਲਰੀ ਮਿਲਣੀ ਸੀਗੀ, ਬਟ ਜਿਹੜੇ 4 ਬੰਦੇ ਕਰ ਸਕਦੇ ਸੀ ਉੱਥੇ ਹੁਣ 6 ਬੰਦੇ ਵੀ ਮਿਲ ਕੇ ਖੇਤੀ ਕਰ ਰਹੇ ਆ। ਸੋ ਇਹਨੂੰ ਛੁਪੀ ਹੋਈ ਬੇਰੁਜ਼ਗਾਰੀ ਕਹਿੰਦੇ ਆ। ਦੇਖੋ ਫੋਰਥ ਹੈਗਾ ਕਿ ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਹਰੀ ਕ੍ਰਾਂਤੀ 1966-67 ਵਿੱਚ ਸਟਾਰਟ ਹੋਈ ਸੀ, ਇਸ ਕਰਕੇ 1966 ਐਂਡ 67 ਨੂੰ ਹਰੀ ਕ੍ਰਾਂਤੀ ਦਾ ਸਾਲ ਮੰਨਿਆ ਜਾਂਦਾ ਹੈ। ਹਰੀ ਕ੍ਰਾਂਤੀ ਦਾ ਭਾਵ ਹੈ ਕਿ ਸਪੈਸ਼ਲੀ ਝੋਨਾ ਅਤੇ ਕਣਕ ਦੇ ਫਸਲ ਵਿੱਚ ਨਾ ਉਸ ਟਾਈਮ ਕੀ ਹੋਇਆ ਸੀ, ਉਸ ਤੋਂ ਪਹਿਲਾਂ ਬਹੁਤ ਹੀ ਮਾੜੇ ਹਾਲਾਤ ਸੀਗੇ, ਬਟ ਉਸ ਟਾਈਮ ਨਵੀਆਂ ਮਸ਼ੀਨਾਂ, ਠੀਕ ਹੈ, ਨਵੇਂ ਰਸਾਇਣਿਕ ਖਾਦ ਵਗੈਰਾ ਯੂਜ਼ ਕਰਕੇ, ਫਰਟੀਲਾਈਜ਼ਰ ਵਗੈਰਾ ਯੂਜ਼ ਕਰਕੇ ਬਹੁਤ ਵਧੀਆ ਖੇਤੀ ਕੀਤੀ ਗਈ ਸੀ। ਸੋ ਉਸ ਟਾਈਮ ਜਦੋਂ ਬਹੁਤ ਜ਼ਿਆਦਾ ਖੇਤੀ ਹੋਈ ਨਵੇਂ ਤਕਨੀਕਾਂ ਦੇ ਨਾਲ, ਉਸ ਨੂੰ ਉਹਨਾਂ ਨੇ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਸੀਗਾ। ਸੋ ਅੱਜ ਆਪਾਂ ਉਹੀ ਯੂਜ਼ ਕਰਦੇ ਹਾਂ। ਸੋ ਉਸ ਤੋਂ ਪਹਿਲਾਂ ਸਾਰੇ ਆਪਣੇ ਜੈਵਿਕ ਤਰੀਕੇ ਨਾਲ ਖੇਤੀ ਕਰਦੇ ਹੁੰਦੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਦੇਖੋ ਪੰਜਵਾਂ ਪ੍ਰਸ਼ਨ ਸਾਡਾ ਹੈਗਾ ਭਾਰਤ ਵਿੱਚ ਉਦਯੋਗੀਕਰਨ ਦੇ ਕੋਈ 2 ਲਾਭ ਲਿਖੋ। ਭਾਰਤ ਵਿੱਚ ਉਦਯੋਗੀਕਰਨ ਦੇ 2 ਲਾਭ ਇਹੀ ਸੀਗੇ ਕਿ ਸਭ ਤੋਂ ਪਹਿਲਾਂ ਉਦਯੋਗੀਕਰਨ ਮਤਲਬ ਇੰਡਸਟਰੀਲਾਈਜੇਸ਼ਨ ਕਰਨਾ, ਮਤਲਬ ਇੰਡਸਟਰੀ ਖੜ੍ਹੇ ਕਰਨਾ। ਉਹਦੇ ਸਭ ਤੋਂ ਪਹਿਲਾਂ ਸੀਗਾ ਆਵਾਜਾਈ ਦੇ ਸਾਧਨ ਦਾ ਵਿਕਾਸ ਕਰਨਾ ਸੀਗਾ, ਠੀਕ ਹੈ। ਦੂਸਰਾ ਸੀਗਾ ਉਦਯੋਗ ਦਾ ਵਿਕਾਸ ਕਰਨਾ। ਫਿਰ ਸਾਡੇ ਮਤਲਬ ਕਿ ਤਿਆਰ ਮਾਲ ਨੂੰ ਨਿਰਯਾਤ ਕਰਨਾ, ਮਤਲਬ ਦੂਸਰੇ ਦੇਸ਼ਾਂ ਵਿੱਚ ਵੇਚਣਾ। ਇਹ ਵੀ ਸਾਡੇ ਮਤਲਬ ਇੰਡਸਟਰੀ ਲੱਗੂਗੀ ਤਾਂ ਪੋਸੀਬਲ ਹੋ ਪਾਉਣਾ ਸੀਗਾ, ਠੀਕ ਹੈ। ਸੋ ਉਸ ਤੋਂ ਬਾਅਦ ਹੈਗਾ ਸਾਡਾ 6ਵਾਂ ਪ੍ਰਸ਼ਨ ਕਿ ਨਿੱਜੀਕਰਨ ਤੋਂ ਕੀ ਭਾਵ ਹੈ? ਨਿੱਜੀਕਰਨ ਤੋਂ ਵਿੱਚ ਸਿੰਪਲ ਭਾਵ ਹੈ ਕਿ ਕਿਸੇ ਨਿੱਜੀ ਖੇਤਰ ਦਾ ਕਿਸੇ ਸਰਕਾਰੀ ਉੱਦਮਾਂ ਦਾ ਮਲਕੀਅਤ ਪ੍ਰਾਪਤ ਕਰਨਾ, ਠੀਕ ਹੈ। ਮਤਲਬ ਨਿੱਜੀਕਰਨ ਆਇਆ ਸੀ, ਤੁਹਾਨੂੰ ਪਤਾ 1991 ਵਿੱਚ ਨਿੱਜੀਕਰਨ ਆਇਆ ਸੀਗਾ। ਉਸ ਦਾ ਮੇਨ ਮਕਸਦ ਨਿੱਜੀਕਰਨ ਤੋਂ ਭਾਵ ਹੈ ਕਿ ਸਰਕਾਰੀ ਜਿਹੜੀ ਮਲਕੀਅਤ ਉਹਨੂੰ ਘੱਟ ਕਰਕੇ ਆਮ ਲੋਕਾਂ ਨੂੰ, ਜਿਹੜੇ ਨਿੱਜੀ ਖੇਤਰ ਹੈ ਉਹਨਾਂ ਦਾ ਮਲਕੀਅਤ ਨੂੰ ਵਧਾਉਣਾ। ਸਿੰਪਲ। ਬੱਚੇ 7ਵਾਂ ਪ੍ਰਸ਼ਨ ਹੈਗਾ ਕਿ ਸਾਪੇਖ ਗਰੀਬੀ ਕੀ ਹੈ? ਠੀਕ ਹੈ। ਸਾਪੇਖ ਗਰੀਬੀ ਦੇਖੋ ਕੀ ਹੁੰਦਾ, ਇਹਨੂੰ ਤੁਲਨਾਤਮਕ ਗਰੀਬੀ ਵੀ ਕਿਹਾ ਜਾਂਦਾ। ਜਿਵੇਂ ਕਿ ਨਾ ਅਸਲ ਵਿੱਚ ਬੰਦਾ ਠੀਕ ਠਾਕ ਹੁੰਦਾ ਹੈ, ਬਟ ਨਾ ਜਦੋਂ ਆਪਾਂ ਕਿਸੇ ਦੂਸਰੇ ਨੂੰ ਦੇਖਦੇ ਹਾਂ ਕਿ ਉਹਦੇ ਕੋਲ ਗੱਡੀਆਂ ਇੰਨਾ ਕੁਛ ਆ, ਫਿਰ ਉਹਦੇ ਮੁਕਾਬਲੇ ਆਪਾਂ ਖੁਦ ਨੂੰ ਗਰੀਬ ਸਮਝਦੇ ਹਾਂ। ਇਸੇ ਤਰ੍ਹਾਂ ਹੁੰਦਾ ਹੈ ਕਿ ਆਪਾਂ ਦੇਖਦੇ ਹਾਂ ਪ੍ਰਾਂਤਾਂ ਵਿੱਚ, ਠੀਕ ਹੈ, ਸ਼ਹਿਰਾਂ ਜਾਂ ਦੇਸ਼ਾਂ ਵਿੱਚ ਦੇਖਿਆ ਜਾਂਦਾ ਹੈ ਕਿ ਜਿੱਦਾਂ ਅਮਰੀਕਾ ਹੁਣ ਡਿਵੈਲਪ ਕੰਟਰੀ ਹੈ, ਉਹਦੇ ਮੁਕਾਬਲੇ ਤਾਂ ਆਪਾਂ ਗਰੀਬ ਆ ਨਾ। ਇਸ ਤਰ੍ਹਾਂ ਉੱਦਾਂ ਤਾਂ ਬਾਕੀ ਪਾਕਿਸਤਾਨ ਵਗੈਰਾ ਛਲੀ ਜਿਹੜੇ ਦੇਸ਼ ਆ ਉਹਨਾਂ ਨਾਲੋਂ ਤਾਂ ਵਧੀਆ ਹੈ। ਸੋ ਆਪਾਂ ਮੁਕਾਬਲੇ ਜੇ ਦੇਖਦੇ ਹਾਂ ਨਾ ਕਿਸੇ ਦੇ ਤੁਲਨਾਤਮਕ, ਉਸ ਨੂੰ ਕਿਹਾ ਜਾਂਦਾ ਸਾਪੇਖ ਗਰੀਬੀ, ਠੀਕ ਹੈ। ਕਲੀਅਰ ਹੈ। ਉਸ ਤੋਂ ਬਾਅਦ ਦੇਖੋ ਬੱਚੇ ਨੈਕਸਟ ਪ੍ਰਸ਼ਨ ਹੈਗਾ ਪੇਂਡੂ ਸਾਖ ਤੋਂ ਕੀ ਭਾਵ ਹੈ? ਠੀਕ ਹੈ। ਪੇਂਡੂ ਸਾਖ ਕੀ ਹੁੰਦਾ ਆ? ਦੇਖੋ ਬੱਚੇ ਪੇਂਡੂ ਸਾਖ ਤੋਂ ਭਾਵ ਕਿਸਾਨਾਂ ਦੀਆਂ ਉਹਨਾਂ ਲੋੜਾਂ ਤੋਂ ਹੈ ਜਿਨ੍ਹਾਂ ਦੁਆਰਾ ਉਹ ਖੇਤੀਬਾੜੀ ਦੀਆਂ ਲੋੜਾਂ ਦੀ ਪੂਰਤੀ ਨਾਲ ਸੰਬੰਧਿਤ ਬੀਜ, ਉਪਕਰਨਾਂ ਦੀ ਖਰੀਦ ਲਈ, ਮਜ਼ਦੂਰੀ ਦੇਣ ਲਈ, ਔਜ਼ਾਰ ਅਤੇ ਯੰਤਰਾਂ ਦੀ ਖਰੀਦਣ ਲਈ ਖੂਹ ਦਾ
ਨਿਰਮਾਣ ਕਰਨ ਲਈ ਅਤੇ ਟਰੈਕਟਰਾਂ ਵਗੈਰਾ ਖਰੀਦਣ ਦੇ ਲਈ ਮੰਗ ਕਰਦੇ ਹਨ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੇਂਡੂ ਸਾਖ ਕਿਹਾ ਜਾਂਦਾ ਹੈ। ਦੇਖੋ ਅਗਲਾ ਪ੍ਰਸ਼ਨ ਹੈ ਕਿ ਪੇਂਡੂ ਵਿਕਾਸ ਤੋਂ ਕੀ ਭਾਵ ਹੈ? ਸੋ ਪੇਂਡੂ ਵਿਕਾਸ ਤੋਂ ਭਾਵ ਹੈ ਪਿੰਡਾਂ ਵਿੱਚ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨਾ, ਸਕੂਲ, ਹਸਪਤਾਲ, ਸਪੈਸ਼ਲੀ ਵਪਾਰਕ ਬੈਂਕ, ਖੇਤੀਬਾੜੀ ਦੇ ਔਜ਼ਾਰਾਂ ਨੂੰ ਆਸਾਨੀ ਨਾਲ ਉਪਲਬਧ ਕਰਾਉਣਾ। ਵਪਾਰਕ ਬੈਂਕ ਉਹਨਾਂ ਨੂੰ ਵਿਆਜ 'ਤੇ ਮਤਲਬ ਕਿ ਖੇਤੀ ਕਰਨ ਲਈ ਆਸਾਨੀ ਨਾਲ ਪੂੰਜੀ ਉਪਲਬਧ ਕਰਵਾਉਣਾ, ਇਹਨੂੰ ਹੀ ਪੇਂਡੂ ਵਿਕਾਸ ਕਿਹਾ ਜਾਂਦਾ ਹੈ। ਠੀਕ ਹੈ। ਸੋ ਨੈਕਸਟ ਪ੍ਰਸ਼ਨ ਹੈਗਾ ਕਿ ਮਨੁੱਖੀ ਪੂੰਜੀ ਨਿਰਮਾਣ ਦੇ ਕੋਈ 2 ਨਿਰਧਾਰਕ ਲਿਖੋ। ਸਭ ਤੋਂ ਪਹਿਲਾਂ ਆ ਗਿਆ ਕਿ ਐਜੂਕੇਸ਼ਨ ਸਿਸਟਮ, ਸੈਕਿੰਡ ਆ ਗਿਆ ਉੱਥੇ ਦੇ ਆਰਥਿਕ ਸਥਿਤੀ, ਫੋਰਥ ਆ ਗਿਆ ਰਾਜਨੀਤਿਕ ਮਤਲਬ ਕਿ ਗਵਰਨਮੈਂਟ ਪੋਲਿਸੀਜ਼, ਇਹ ਸਾਰੇ ਹੋ ਗਏ। ਓਕੇ। ਉਸ ਤੋਂ ਬਾਅਦ 11ਵਾਂ ਪ੍ਰਸ਼ਨ ਹੈਗਾ ਖੇਤੀ ਸਹਾਇਕ ਧੰਦੇ ਕਿਹੜੇ ਕਿਹੜੇ ਹਨ? ਖੇਤੀ ਸਹਾਇਕ ਜਿਹੜੇ ਖੇਤੀ ਵਿੱਚ ਸਹਾਇਕ ਕਰਦੇ ਆ ਉਹ ਹੈਗੇ ਸਾਡੇ ਪਸ਼ੂ ਪਾਲਨ ਹੋ ਗਿਆ, ਮੱਛੀ ਪਾਲਨ ਹੋ ਗਿਆ, ਮੁਰਗੀ ਪਾਲਨ ਹੋ ਗਿਆ, ਪੋਲਟਰੀ ਫਾਰਮਸ ਇਹ ਹੋ ਗਏ। ਤੋਂ ਅਗਲਾ ਪ੍ਰਸ਼ਨ ਹੈਗਾ ਊਰਜਾ ਦੇ ਕੋਈ 2 ਸਰੋਤਾਂ ਦਾ ਨਾਂ ਲਿਖੋ। ਊਰਜਾ ਦੇ ਕੋਲਾ, ਪੈਟਰੋਲੀਅਮ, ਠੀਕ ਹੈ, ਅਤੇ ਕੁਦਰਤੀ ਵਿੱਚ ਆ ਜਾਂਦਾ ਹੈ ਸਾਡੇ ਸੂਰਜੀ ਊਰਜਾ, ਪੌਣ ਊਰਜਾ। ਤੋ ਦੇਖੋ ਬੱਚੇ ਉਸ ਤੋਂ ਬਾਅਦ ਤੁਹਾਡਾ ਪੈਰਾ ਆ ਜਾਣਾ ਹੈ, ਇਹਨੂੰ ਪੜ੍ਹ ਕੇ ਤੁਸੀਂ ਆਨਸਰ ਦੇਣੇ ਹੈ। ਠੀਕ ਹੈ। ਆਈ ਹੋਪ ਤੁਸੀਂ ਕਰ ਹੀ ਲੈਣਾ ਹੈ, 6 ਨੰਬਰ ਦਾ ਹੈ। ਠੀਕ ਹੈ। ਇਸ ਨੂੰ ਇੱਕ ਵਾਰੀ ਰੀਡ ਕਰਿਓ ਚੰਗੀ ਤਰ੍ਹਾਂ, ਤੁਹਾਨੂੰ ਸਾਰੇ ਕੁਐਸਚਨ ਦਾ ਆਨਸਰ ਮਿਲ ਜਾਣੇ ਹੈ। ਠੀਕ ਹੈ। ਸੋ ਦੇਖੋ ਆਪਾਂ ਦੇਖਦੇ ਹਾਂ ਜਿਹੜੇ 6 ਪ੍ਰਸ਼ਨ ਕੀ ਆ। ਸਭ ਤੋਂ ਪਹਿਲਾਂ ਸਿੱਖਿਆ ਦਰ ਕੀ ਹੈ? ਸਿੱਖਿਆ ਕੀ ਹੈ? ਸੋ ਸਿੱਖਿਆ ਤੁਹਾਡਾ ਇੱਥੋਂ ਸ਼ੁਰੂ ਹੋ ਕੇ ਸਿੱਖਿਆ ਗਿਆਨ ਪ੍ਰਦਾਨ ਕਰਨਾ, ਹੁਨਰ ਵਧਾਉਣਾ, ਠੀਕ ਹੈ, ਇਹ ਇੱਥੇ ਤੱਕ ਆ ਜਾਣਾ ਹੈ। ਠੀਕ ਹੈ। ਕਿ ਇੱਕ ਜੀਵਨ ਪੈਰਾਡਾਈਮ ਪਰਿਵਰਤਨ ਕਰਨ ਦੀ ਸ਼ੁਰੂਆਤ ਦਾ ਇੱਕ ਸਾਧਨ ਹੈ, ਇੱਥੇ ਤੱਕ ਆ ਗਿਆ। ਓਕੇ। ਉਸ ਤੋਂ ਬਾਅਦ ਸੈਕਿੰਡ ਪ੍ਰਸ਼ਨ ਸਾਡਾ ਹੈਗਾ ਹੈ ਕਿ ਭਾਰਤ ਵਿੱਚ 1951 ਵਿੱਚ ਸਾਖਰਤਾ ਦਰ ਕਿੰਨੀ ਸੀ? ਸੋ 1951 ਵਿੱਚ ਸੀਗੀ 18.3, ਠੀਕ ਹੈ, 18.3% ਸੀ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈਗਾ ਭਾਰਤ ਵਿੱਚ 2011 ਦੀ ਕਿਸ ਰਾਜ ਵਿੱਚ ਸਾਖਰਤਾ ਸਭ ਤੋਂ ਜ਼ਿਆਦਾ ਸੀਗੀ? ਉਹ ਸੀ ਕੇਰਲ ਵਿੱਚ, ਜੋ ਕਿ ਸੀ 93.9। ਠੀਕ ਹੈ। ਉਸ ਤੋਂ ਬਾਅਦ ਹੈ ਫੋਰਥ ਪ੍ਰਸ਼ਨ ਕਿ 2011 ਵਿੱਚ ਪੰਜਾਬ ਦੀ ਸਾਖਰਤਾ ਦਰ ਕਿੰਨੀ ਸੀ? ਉਹ ਸੀ 76.7। ਐਂਡ ਨੈਕਸਟ ਪ੍ਰਸ਼ਨ ਸਾਡਾ ਹੈਗਾ 2011 ਵਿੱਚ ਪੰਜਾਬ ਦੀ ਮਰਦ ਸਾਖਰਤਾ ਅਨੁਪਾਤ ਕੀ ਸੀ? ਠੀਕ ਹੈ। ਮਰਦ ਸਾਖਰਤਾ ਅਨੁਪਾਤ ਦੇਖੋ ਰਾਜ ਵਿੱਚ ਮਰਦ ਸਾਖਰਤਾ ਅਨੁਪਾਤ ਸੀ 81.5 ਐਂਡ ਔਰਤ ਦੀ ਕਿੰਨੀ ਸੀਗੀ? 71.3। ਐਂਡ 2011 ਦੇ ਸਾਖਰਤਾ ਅਨੁਸਾਰ ਸਭ ਤੋਂ ਘੱਟ ਸਾਖਰਤਾ ਵਾਲਾ ਰਾਜ ਕਿਹੜਾ ਸੀਗਾ? ਉਹ ਸੀ ਦੇਖੋ, ਉਹ ਸੀ ਬਿਹਾਰ। ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਪੈਰਾ ਰਚਨਾ ਦਿੱਤਾ ਹੋਇਆ ਹੈ, ਇਹਦੇ ਵਿੱਚੋਂ ਵੀ ਤੁਸੀਂ ਕੁਐਸਚਨ ਆਨਸਰ ਲੱਭ ਲੈਣੇ ਆ ਚੰਗੀ ਤਰ੍ਹਾਂ। ਠੀਕ ਹੈ। ਤੁਸੀਂ ਲੱਭ ਹੀ ਲਓ, ਬਹੁਤ ਈਜ਼ੀ ਹੈ, ਇੱਕ ਵਾਰੀ ਇਹਨੂੰ ਪਾਜ਼ ਕਰੋ, ਰੀਡ ਕਰੋ, ਸਾਰੇ ਦੇਖ ਲਓ। ਠੀਕ ਹੈ। ਸੋ ਕੀਪ ਲਰਨਿੰਗ, ਕੀਪ ਸਮਾਈਲਿੰਗ। ਵੀਡੀਓ ਨੂੰ ਆਪਣੀ ਕਲਾਸਮੇਟ ਨਾਲ ਸ਼ੇਅਰ ਕਰ ਦਿਓ ਅਤੇ ਲਾਈਕ ਜ਼ਰੂਰ ਕਰ ਦਿਓ ਜੇ ਵਧੀਆ ਲੱਗਾ ਤਾਂ।